ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੂ ਸੁਣੈ ਜਿਉ ਕਾਲ ਕਿਰਪਾ ਕਰਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ
ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਕਰਨ ਕਰਾਵਨ ਹਰਿ ਅੰਤਰਜਾਮੀ, ਜਨ ਆਪਣੇ ਕੀ ਰਾਖੈ। ਜੈ ਜੈਕਾਰ ਹੋਤ ਜਗ ਭੀਤਰ, ਸ਼ਬਦ ਗੁਰੂ ਰਸ ਚਾਖੈ। ਕਰਨ ਕਰਾਵਨ ਹਰਿ ਅੰਤਰਜਾਮੀ, ਜਨ ਆਪਣੇ ਕੀ ਰਾਖੈ। ਜੈ ਜੈਕਾਰ ਹੋਤ ਜਗ ਭੀਤਰ, ਸ਼ਬਦ ਗੁਰੂ ਰਸ ਚਾਖੈ। ਪ੍ਰਭ ਜੀ ਤੇਰੀ ਓਟ ਗੁਸਾਈ, ਤੂੰ ਸਮਰੱਥ ਸਰਨ ਕਾ ਦਾਤਾ। ਆਠ ਪਹਿਰ ਤੁਮ ਧਿਆਈ ਰਹਾਉ, ਜੋ ਜਨ ਭਜਨ ਕਰੇ ਪ੍ਰਭ ਤੇਰਾ, ਤਿਸੈ ਅੰਦੇਸਾ ਨਾਹੀ। ਸਤਿਗੁਰ ਚਰਨ ਲੱਗੇ ਭਉ ਮਿਟਿਆ, ਹਰ ਗੁਣ ਗਾਏ ਮਨ ਮਾਹੀ। ਸੂਖ ਸਹਿਜ ਆਨੰਦ ਕਨੇਰੇ, ਸਤਿਗੁਰ ਦੀਆ ਦਿਲਾਸਾ। ਜਿਨ ਘਰ ਆਏ ਸੋਭਾ ਸੇਤੀ, ਪੂਰਨ ਹੋਈ ਆਸਾ। ਪੂਰਾ ਗੁਰ ਪੂਰੀ ਮਤ ਜਾ ਕੀ, ਪੂਰਨ ਪ੍ਰਭ ਕੇ ਕਾਮਾ। ਗੁਰ ਚਰਨੀ ਲਾਗ ਤਰਿਓ ਭਵ ਸਾਗਰ, ਜਪ ਨਾਨਕ ਹਰਿ ਹਰਿ ਨਾਮਾ। ਪੂਰਾ ਗੁਰ ਪੂਰੀ ਮਤ ਜਾ ਕੀ, ਪੂਰਨ ਪ੍ਰਭ ਕੇ ਕਾਮਾ। ਗੁਰ ਚਰਨੀ ਲਾਗ ਤਰਿਓ ਭਵ ਸਾਗਰ, ਜਪ ਨਾਨਕ ਹਰਿ ਹਰਿ ਨਾਮਾ। ਸੋਰਠ ਮਹੱਲਾ ਪੰਜਵਾ। ਕਰਨ ਕਰਾਵਨ ਹਰਿ ਅੰਤਰਜਾਮੀ, ਜਨ ਆਪਣੇ ਕੀ ਰਾਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼ਬਦ ਗੁਰੂ ਸ਼ਬਦਾ ਅਵਤਾਰ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਪਾਠ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਹੈ।
ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਸੇਵਾ ਹੋਈ। ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ, ਉਸ ਦੇ ਨਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਉਚਾਰਨ ਕੀਤੇ ਹੋਏ ਸ਼ਲੋਕ ਗੁਰਮੁਖ ਪਰਿਵਾਰ ਵੱਲੋਂ ਪ੍ਰਕਾਸ਼ ਕਰਾਏ ਗਏ ਪਾਠ ਦੇ ਭੋਗ ਪਾਏ ਗਏ ਹਨ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਹੈ। ਉਪਰੰਤ ਆਪਾਂ ਚੱਲ ਰਹੀ ਗੁਰੂ ਕੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ, ਉਸ ਦੇ ਵਿੱਚੋਂ ਸ਼ਬਦ ਦੇ ਪਾਠ ਨੂੰ ਸਰਵਣ ਕੀਤਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਦੇ ਅੰਦਰ ਬਚਨ ਹਨ। ਪ੍ਰਭ ਜੀ ਤੇਰੀ ਓਟ ਗੁਸਾਈ, ਤੂੰ ਸਮਰੱਥ ਸਰਨ ਕਾ ਦਾਤਾ, ਆਠ ਪਹਿਰ ਤੁਮ ਧਿਆਈ। ਸਤਿਗੁਰੂ ਜੀ ਸਿੱਖਿਆ ਬਖਸ਼ਿਸ਼ ਕਰਦੇ ਹਨ ਕਿ ਸੰਸਾਰ ਦੇ ਅੰਦਰ ਮਨੁੱਖ ਨੂੰ ਕਿਸੇ ਨਾ ਕਿਸੇ ਆਸਰੇ ਦੀ ਲੋੜ ਹੁੰਦੀ ਹੈ। ਕੋਈ ਵੀ ਚੀਜ਼ ਹੁੰਦੀ ਹੈ, ਉਹਦਾ ਆਧਾਰ ਹੁੰਦਾ, ਉਹਦਾ ਆਸਰਾ ਹੁੰਦਾ, ਜਿਸ ਦੇ ਆਸਰੇ ਉਹ ਚੀਜ਼ ਖੜ੍ਹਦੀ ਹੈ, ਟਿਕਦੀ ਹੈ। ਜਿਵੇਂ ਆਪਾਂ ਉਦਾਹਰਣ ਦੇ ਤੌਰ 'ਤੇ ਕੋਈ ਮਕਾਨ ਹੀ ਬਣਾਉਣਾ ਹੋਵੇ, ਕੋਈ ਆਪਣਾ ਘਰ ਪਰਿਵਾਰ ਦੇ ਅੰਦਰ ਕੋਈ ਬਿਲਡਿੰਗ ਬਣਾਉਣੀ ਹੋਵੇ, ਅਤੇ ਉਹਦਾ ਆਧਾਰ, ਉਹਦਾ ਆਸਰਾ ਨੀਂਹ ਹੁੰਦੀ ਹੈ ਕਿ ਪਹਿਲਾਂ ਨੀਂਹ ਤੋਂ ਸ਼ੁਰੂ ਕਰਕੇ, ਨੀਂਹ ਮਜ਼ਬੂਤ ਕਰਕੇ ਅਤੇ ਫਿਰ ਬਿਲਡਿੰਗ ਉਸਾਰੀ ਜਾਂਦੀ ਹੈ। ਅਤੇ ਸਮੁੱਚੇ ਮਕਾਨਾਂ ਦਾ, ਬਿਲਡਿੰਗਾਂ ਦਾ ਆਸਰਾ ਨੀਂਹ ਹੁੰਦੀ ਹੈ। ਇਸੇ ਪ੍ਰਕਾਰ ਹੀ ਆਪਾਂ ਕਿਸੇ ਰੁੱਖ ਨੂੰ ਵੇਖਦੇ ਹਾਂ ਅਤੇ ਬਾਹਰ ਭਾਵੇਂ ਆਪਾਂ ਨੂੰ ਰੁੱਖ ਉਹ ਦਿਸਦਾ ਹੈ, ਪਰ ਜਦੋਂ ਆਪਾਂ ਕਿਸੇ ਰੁੱਖ ਨੂੰ ਪੁੱਟਣਾ ਚਾਹੁੰਦੇ ਹਾਂ, ਫਿਰ ਕਿੰਨੀ ਮਿਹਨਤ ਹੁੰਦੀ ਹੈ, ਥੱਲੇ ਤੱਕ ਜਾਣਾ ਪੈਂਦਾ, ਉਹਦੀਆਂ ਜੜ੍ਹਾਂ ਤੱਕ ਜਾਣਾ ਪੈਂਦਾ। ਅਤੇ ਉਹ ਰੁੱਖ ਦਾ ਆਧਾਰ ਜੜ੍ਹਾਂ ਹਨ, ਜਿਨ੍ਹਾਂ ਨੇ ਧਰਤੀ ਦੇ ਅੰਦਰ ਫੈਲ ਕੇ ਆਪਣੀ ਜਗ੍ਹਾ ਬਣਾਈ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਐਸੀਆਂ ਬੇਅੰਤ ਉਦਾਹਰਣਾਂ ਹਨ। ਉਸੇ ਪ੍ਰਕਾਰ ਹੀ ਮਨੁੱਖ ਦਾ ਵੀ ਕੋਈ ਆਸਰਾ ਹੈ, ਆਧਾਰ ਹੈ। ਕਿਉਂਕਿ ਸਾਡਾ ਜਿਹੜਾ ਮਨ ਹੈ, ਇਹ ਬਿਨਾਂ ਆਸਰੇ ਤੋਂ ਰਹਿੰਦਾ ਨਹੀਂ ਹੈ। ਮਨ ਜਿਹੜਾ ਇਹ ਹਰ ਸਮੇਂ ਕੋਈ ਨਾ ਕੋਈ ਆਸਰਾ ਭਾਲਦਾ ਹੈ। ਜੈਸੀ ਜੈਸੀ ਇਸ ਨੂੰ ਸੰਗਤ ਮਿਲਦੀ ਹੈ, ਵੈਸੇ ਵੈਸੇ ਰਸ ਦੇ ਇਹ ਅਧੀਨ ਹੋਇਆ ਰਹਿੰਦਾ। ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬੇਅੰਤ ਥਾਵਾਂ 'ਤੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ, ਸੋ ਤੈਸੋ ਫਲ ਖਾਏ। ਮਨ ਜਿਹੜਾ ਹੈ, ਇਹ ਸੰਗਤ ਦੇ ਅਸਰ ਨੂੰ ਕਬੂਲ ਕਰਦਾ ਹੈ। ਜਿੱਦਾਂ ਦੀ ਮਨ ਨੂੰ ਸੰਗਤ ਮਿਲਦੀ ਹੈ, ਉਹੀ ਮਨ ਦਾ ਆਧਾਰ ਅਤੇ ਆਸਰਾ ਬਣ ਜਾਂਦਾ। ਮਨ ਜਿਹੜਾ ਉਹਦੇ ਰਸ ਦੇ ਅੰਦਰ, ਉਹਦੇ ਸਵਾਦ ਦੇ ਅੰਦਰ ਜੁੜ ਜਾਂਦਾ, ਫਿਰ ਉਹਨੂੰ ਹੀ ਚੇਤੇ ਕਰਦਾ, ਉਹੀ ਮੰਗਦਾ, ਉਸੇ ਦੇ ਵਿੱਚ ਹੀ ਬੜਾ ਸੁੱਖ ਅਤੇ ਆਨੰਦ ਸਮਝਦਾ ਹੈ।
ਜਿਵੇਂ ਇੱਕ ਪੰਛੀ ਹੁੰਦਾ ਹੈ, ਜਿਵੇਂ ਉਹ ਉਡਾਰੀਆਂ ਮਾਰਦਾ ਰੁੱਖਾਂ 'ਤੇ, ਕਦੇ ਕਿਸੇ 'ਤੇ ਕਦੇ ਕਿਸੇ 'ਤੇ, ਉਹ ਜੈਸੇ ਰੁੱਖ ਦੀ ਸੰਗਤ ਕਰਦਾ ਵੈਸਾ ਹੀ ਉਹ ਫਲ ਚੱਖ ਲੈਂਦਾ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਮਨ ਨੂੰ ਜਿਹੜੀ ਸੰਗਤ ਹੈ ਉਹ ਗੁਰੂ ਦੀ ਬਖਸ਼ਿਸ਼ ਕਰਨੀ ਹੈ। ਸਤਿਗੁਰੂ ਜੀ ਬਚਨ ਕਰਦੇ ਹਨ, ਪ੍ਰਭ ਜੀ ਤੇਰੀ ਓਟ ਗੁਸਾਈ। ਓਟ ਹੁੰਦਾ ਆਸਰਾ, ਆਧਾਰ, ਓਟ ਲੈਣੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਐ ਮਨੁੱਖ, ਐ ਜੀਵ, ਜੇ ਤੂੰ ਓਟ ਲੈਣੀ ਹੈ, ਜੇ ਤੂੰ ਆਸਰਾ ਲੈਣਾ ਹੈ, ਤੇ ਉਹ ਪ੍ਰਭੂ ਪਰਮੇਸ਼ਰ ਦਾ ਲੈ, ਜਿਹੜਾ ਗੁਸਾਈ ਹੈ, ਜਿਹੜਾ ਇਹ ਸਾਰੀ ਸ੍ਰਿਸ਼ਟੀ ਦਾ, ਧਰਤੀ ਦਾ, ਬ੍ਰਹਿਮੰਡਾਂ ਦਾ ਮਾਲਕ ਹੈ, ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਸਰਬ ਸ਼ਕਤੀ ਸੰਪੰਨ ਹੈ, ਉਹਦਾ ਤੂੰ ਆਸਰਾ ਲੈ। ਜਦੋਂ ਤੂੰ ਉਸ ਪਰਮੇਸ਼ਰ ਦਾ ਆਸਰਾ ਲਏਗਾ, ਉਹਦੀ ਓਟ ਤੱਕੇਗਾ, ਤਾਂ ਸਤਿਗੁਰੂ ਜੀ ਕਹਿੰਦੇ ਉਹਦੇ ਅੰਦਰ, ਪਰਮੇਸ਼ਰ ਦੇ ਅੰਦਰ ਕੀ ਵਿਸ਼ੇਸ਼ਤਾਵਾਂ ਹਨ ਕਿ ਆਪਾਂ ਪਰਮੇਸ਼ਰ ਦੀ ਓਟ ਲਈਏ, ਆਸਰਾ ਲਈਏ, ਉਹਦਾ ਲਾਭ ਕੀ ਹੈ। ਤਾਂ ਸਤਿਗੁਰੂ ਜੀ ਕਹਿੰਦੇ, ਤੂੰ ਸਮਰੱਥ ਸਰਨ ਕਾ ਦਾਤਾ, ਆਠ ਪਹਿਰ ਤੁਮ ਧਿਆਈ। ਆਪਾਂ ਰੱਬ ਦਾ ਆਸਰਾ ਤਾਂ ਲੈਂਦੇ ਹਾਂ ਕਿ ਉਹ ਸਮਰੱਥ ਹੈ, ਸਾਰੇ ਕਾਰਜ ਕਰਨ ਦੇ ਵਿੱਚ ਉਹ ਸਮਰੱਥਾ ਰੱਖਦਾ। ਪਰਮੇਸ਼ਰ ਜਿਹੜਾ ਹੈ, ਪਰਮਾਤਮਾ ਵਾਹਿਗੁਰੂ ਹੈ, ਉਹਦਾ ਕੋਈ ਵੀ ਕਾਰਜ ਜਿਹੜਾ ਉਹ ਐਸਾ ਨਹੀਂ ਕਿ ਨਹੀਂ ਕਰ ਸਕਦਾ। ਜਿੱਦਾਂ ਦੀ ਵੀ ਆਪਣੀ ਭਾਵਨਾ ਹੁੰਦੀ ਹੈ, ਉਹ ਪਰਮੇਸ਼ਰ ਵਾਹਿਗੁਰੂ ਉੱਦਾਂ ਦਾ ਕਾਰਜ ਕਰ ਦਿੰਦਾ। ਇਹ ਲੋਕ ਦੇ ਕੀ, ਪ੍ਰਲੋਕ ਦੇ ਕਾਰਜ ਸਵਾਰ ਦਿੰਦਾ, ਉਹ ਸਮਰੱਥ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਉਹਦੀ ਸ਼ਰਨ ਦੇ ਵਿੱਚ ਪੈ ਕੇ ਕਿ ਉਹ ਦਾਤਾ ਹੈ। ਜਿੰਨੀਆਂ ਦਾਤਾਂ ਹਨ ਸਾਨੂੰ ਮਿਲੀਆਂ ਹੋਈਆਂ, ਇਹ ਸਭ ਦਾਤਾਂ ਨੂੰ ਦੇਣ ਵਾਲਾ ਤਾਂ ਉਹ ਪਰਮੇਸ਼ਰ ਹੀ ਹੈ। ਚਲੋ ਜੇ ਮਨੁੱਖ ਇਹ ਮੰਨੇ ਕਿ ਮੈਂ ਮਿਹਨਤ ਕੀਤੀ ਹੈ, ਮੈਂ ਬੜਾ ਕਠਿਨ ਕਾਰਜ ਕੀਤਾ, ਫਿਰ ਮੈਂ ਮਾਇਆ ਇਕੱਠੀ ਕੀਤੀ, ਫਿਰ ਮੈਂ ਮਕਾਨ ਬਣਾਇਆ, ਫਿਰ ਮੈਂ ਇੰਨੀ ਜ਼ਮੀਨ ਬਣਾਈ, ਫਿਰ ਮੈਂ ਆਹ ਕੀਤਾ, ਇਹ ਮੇਰੀ ਮਿਹਨਤ ਹੈ। ਪਰ ਜਿਸ ਸਰੀਰ ਦੇ ਰਾਹੀਂ ਇੰਨਾ ਕੁਝ ਕੀਤਾ, ਉਹ ਸਰੀਰ ਤੇ ਆਪ ਨਹੀਂ ਬਣਾਇਆ, ਉਹ ਸਰੀਰ ਨੂੰ ਦੇਣ ਵਾਲਾ ਤੇ ਪਰਮੇਸ਼ਰ ਵਾਹਿਗੁਰੂ ਹੈ। ਆਪਾਂ ਤੇ ਨਹੀਂ ਸੀ ਮੰਗਿਆ ਕਿ ਸਾਡੇ ਹੱਥ ਇੱਦਾਂ ਦੇ ਹੋਣ, ਸਾਡੇ ਪੈਰ ਇੱਦਾਂ ਦੇ ਹੋਣ, ਸਾਡੀਆਂ ਅੱਖਾਂ ਦੀ ਜੋਤ ਪੂਰੀ ਹੋਵੇ, ਸਾਡੀ ਜ਼ੁਬਾਨ ਸਹੀ ਕੰਮ ਕਰੇ, ਸਾਨੂੰ ਕੰਨਾਂ ਰਾਹੀਂ ਸਹੀ ਸੁਣੇ। ਇਹ ਤੇ ਆਪਾਂ ਨਹੀਂ ਮੰਗਿਆ, ਇਹ ਤੇ ਉਹਨੇ ਆਪੇ ਦਿੱਤਾ। ਤੇ ਐਸੀ ਦਾਤ ਦਿੱਤੀ ਹੈ, ਇਹਦੇ ਵਰਗੀ ਹੋਰ ਸੰਸਾਰ ਦੇ ਅੰਦਰ ਜੇ ਕਿਤੇ ਚਲੀ ਜਾਵੇ ਤੇ ਬਣ ਨਹੀਂ ਸਕਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਉਹ ਦਾਤਾ ਤੇ ਪਰਮੇਸ਼ਰ ਵਾਹਿਗੁਰੂ ਹੈ, ਜਿਹੜਾ ਇਹ ਸਾਰੇ ਜਗਤ ਨੂੰ ਦਾਤਾਂ ਦੇਣ ਵਾਲਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਉਹ ਸਮਰੱਥ ਹੈ, ਉਹ ਦਾਤਾ ਹੈ, ਆਠ ਪਹਿਰ ਤੁਮ ਧਿਆਈ। ਫਿਰ ਅੱਠੇ ਪਹਿਰ ਐਸੇ ਪਰਮੇਸ਼ਰ ਨੂੰ ਸਾਨੂੰ ਧਿਆਉਣਾ ਚਾਹੀਦਾ, ਉਹਦਾ ਆਸਰਾ ਲੈਣਾ ਚਾਹੀਦਾ, ਉਹਦੀ ਓਟ ਲੈਣੀ ਚਾਹੀਦੀ ਹੈ। ਫਿਰ ਸਾਡਾ ਜਿਹੜਾ ਮਨ ਹੈ, ਸਤਿਗੁਰੂ ਜੀ ਕਹਿੰਦੇ, ਉਹ ਪਰਮੇਸ਼ਰ ਦਾ ਆਸਰਾ ਫਿਰ ਲੈਣ ਵਾਸਤੇ ਸਾਡਾ ਮਨ ਕੀ ਕਰੇ, ਕਿੱਧਰ ਨੂੰ ਜਾਏ। ਤਾਂ ਫਿਰ ਸਤਿਗੁਰੂ ਜੀ ਕਹਿੰਦੇ, ਉਹਦਾ ਰਾਹ ਹੈ ਸੰਗਤ। ਜੋ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਸ਼ਾਮ ਸਵੇਰੇ ਗੁਰੂ ਕੀ ਸੰਗਤ ਕਰਨੀ, ਸੰਗਤ ਦੇ ਅੰਦਰ ਬਾਣੀ ਸਰਵਣ ਕਰਨੀ, ਕਥਾ ਸਰਵਣ ਕਰਨੀ, ਕੀਰਤਨ ਸਰਵਣ ਕਰਨਾ। ਇਹਦੇ ਨਾਲ ਸਾਡੇ ਮਨ ਦੀ ਜਿਹੜਾ ਸੁਭਾਅ ਹੈ ਉਹ ਬਦਲਦਾ, ਕਿਉਂਕਿ ਸੰਗਤ ਦਾ ਅਸਰ ਮਨ ਨੇ ਕਬੂਲ ਕਰਨਾ, ਅਤੇ ਮਨ ਦੇ ਅੰਦਰ ਜਿਹੜਾ ਸੰਸਕਾਰ ਹੈ ਉਹ ਬਾਣੀ ਦਾ, ਨਾਮ ਦਾ, ਗੁਰੂ ਪ੍ਰਤੀ ਸ਼ਰਧਾ ਦਾ, ਭਾਵਨਾ ਦਾ, ਸਿੱਖੀ ਦਾ, ਉਹ ਬਣਦਾ ਜਾਂਦਾ। ਫਿਰ ਜਿਵੇਂ ਜਿਵੇਂ ਇਹ ਸੰਸਕਾਰ ਬਣਦਾ ਜਾਂਦਾ, ਵੱਧਦਾ ਜਾਂਦਾ, ਫਿਰ ਇਹ ਹੌਲੀ ਹੌਲੀ ਗੁਰੂ ਵਾਲੇ ਪਾਸੇ ਆਉਣ ਲੱਗ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਮਨ ਨੂੰ ਸੰਗਤ ਜਿਹੜੀ ਆ ਉਹ ਗੁਰੂ ਦੀ ਦੇਣਾ ਕਰੋ। ਇਸ ਪ੍ਰਕਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਸ਼ਬਦ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ
ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਨੂੰ ਸਰਵਣ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਕਰਨ ਕਰਾਵਣ ਹਰ ਅੰਤਰ ਜਾਮੀ, ਜਨ ਆਪਣੇ ਕੀ ਰਾਖੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਉਚਾਰਨ ਕਰਦੇ ਹਨ ਕਿ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹਰ ਪਰਮੇਸ਼ਰ ਵਾਹਿਗੁਰੂ ਹੈ। ਅੰਤਰਜਾਮੀ ਜੋ ਸਭ ਦੇ ਅੰਦਰ ਦੀਆਂ ਜਾਣਨ ਵਾਲਾ, ਅੰਦਰ ਦਾ ਪ੍ਰੇਰਕ ਹੈ। ਉਹ ਕਰਨ ਕਰਾਵਣ, ਉਹ ਜਿੰਨੇ ਕਰਨ ਵਾਲੇ ਕੋਈ ਕਾਰਜ ਹਨ ਉਹ ਆਪ ਵੀ ਕਰ ਲੈਂਦਾ ਤੇ ਕਰਾਵਣ, ਉਹ ਆਪਦਿਆਂ ਦਾਸਾਂ ਸੇਵਕਾਂ ਪਾਸੋਂ ਵੀ ਉਹ ਕਾਰਜ ਕਰਾ ਲੈਂਦਾ। ਜਿੱਥੇ ਉਹ ਪਰਮੇਸ਼ਰ ਵਾਹਿਗੁਰੂ ਆਪ ਕਾਰਜਾਂ ਨੂੰ ਕਰ ਦਿੰਦਾ, ਉੱਥੇ ਆਪਣਿਆਂ ਦਾਸਾਂ ਭਗਤਾਂ ਰਾਹੀਂ ਸਾਰੇ ਕਾਰਜਾਂ ਨੂੰ ਕਰਾ ਦਿੰਦਾ ਹੈ। ਜਨ ਆਪਣੇ ਕੀ ਰਾਖੈ, ਆਪਣੇ ਜਨਾਂ ਦੀ, ਆਪਣੇ ਸੇਵਕਾਂ ਭਗਤਾਂ ਦੀ ਰੱਖਿਆ ਜਿਹੜੀ ਹੈ ਉਹ ਪਰਮੇਸ਼ਰ ਵਾਹਿਗੁਰੂ ਆਪ ਕਰਦਾ ਹੈ। ਜੈ ਜੈਕਾਰ ਹੋਤ ਜਗ ਭੀਤਰ, ਸ਼ਬਦ ਗੁਰੂ ਰਸ ਚਾਖੈ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਜਗਤ ਦੇ ਵਿੱਚ ਜੈ ਜੈਕਾਰ ਹੁੰਦੀ ਹੈ ਜਿਹੜੇ ਗੁਰੂ ਦੇ ਸ਼ਬਦ ਦੇ ਰਸ ਨੂੰ ਚਾਖੈ ਕਹੀਏ, ਚੱਖਦੇ ਹੈ, ਗ੍ਰਹਿਣ ਕਰਦੇ ਹੈ। ਗੁਰੂ ਕੇ ਪਾਵਨ ਸ਼ਬਦਾਂ ਦੇ ਅੰਦਰ, ਗੁਰਬਾਣੀ ਦੇ ਅੰਦਰ ਰਸ ਹੈ। ਸ਼ਬਦ ਦਾ ਅਰਥ ਹੈ ਉਪਦੇਸ਼, ਤੇ ਸ਼ਬਦ ਦਾ ਅਰਥ ਕੀਤਾ ਜਾਂਦਾ ਹੈ ਬ੍ਰਹਮ। ਜੋ ਗੁਰੂ ਹੈ, ਗੁਰੂ ਸਾਹਿਬਾਨਾਂ ਨੇ ਆਪਣੀ ਗੁਰਬਾਣੀ ਦੇ ਅੰਦਰ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਹੈ, ਇਹ ਗੁਰਬਾਣੀ ਵੀ ਰਸ ਰੂਪ ਹੈ। ਤੇ ਇਸ ਗੁਰਬਾਣੀ ਦੇ ਅੰਦਰ ਜੋ ਬ੍ਰਹਮ ਦੀ ਵਿਚਾਰ ਕੀਤੀ ਗਈ ਹੈ ਉਹ ਵੀ ਰਸ ਰੂਪ ਹੈ, ਉਹਦੇ ਅੰਦਰ ਵੀ ਆਨੰਦ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਪਾਵਨ ਗੁਰਬਾਣੀ ਦੇ ਰਸ ਨੂੰ ਮਾਣਦਾ ਹੈ, ਉਸ ਗੁਰਬਾਣੀ ਦੇ ਅੰਦਰ ਕੀਤੇ ਹੋਏ ਪਰਮੇਸ਼ਰ ਦੇ ਗੁਣਾਂ, ਉਹਦੀਆਂ ਸਿਫਤ ਸਲਾਹਾਂ ਨੂੰ ਕਰਦਾ ਹੋਇਆ ਉਹਦੇ ਆਨੰਦ ਨੂੰ ਮਾਣਦਾ ਹੈ, ਉਹਦੀ ਸਤਿਗੁਰੂ ਜੀ ਕਹਿੰਦੇ ਜਗਤ ਦੇ ਵਿੱਚ ਸਦਾ ਹੀ ਜੈ ਜੈਕਾਰ ਹੁੰਦੀ ਹੈ। ਲੋਕ ਤੇ ਪਰਲੋਕ ਦੇ ਅੰਦਰ ਉਹਦਾ ਜਸ ਹੁੰਦਾ ਹੈ, ਕਿਉਂਕਿ ਪਾਵਨ ਗੁਰਬਾਣੀ ਦੇ ਲੜ ਜਿਹੜਾ ਲੱਗ ਜਾਂਦਾ ਤੇ ਪਾਵਨ ਗੁਰਬਾਣੀ ਦੇ ਰਸ ਨੂੰ ਗ੍ਰਹਿਣ ਕਰ ਲੈਂਦਾ, ਧਾਰਨ ਕਰ ਲੈਂਦਾ। ਗੁਰੂ ਦਾ ਉਪਦੇਸ਼ ਜਿੱਥੇ ਆਪਾਂ ਸੁਣਦੇ ਹਾਂ, ਸੁਣਨ ਦੇ ਵਿੱਚ ਵੀ ਆਨੰਦ ਹੈ, ਰਸ ਹੈ, ਖੇੜਾ ਹੈ। ਤੇ ਜੇ ਆਪਾਂ ਇਹਨੂੰ ਸੁਣ ਕੇ ਅੰਦਰ ਧਾਰਨ ਕਰ ਲਈਏ, ਉਹ ਉਹਦੇ ਤੋਂ ਵੀ ਵੱਧ ਕੇ ਰਸ ਹੈ, ਉਹਦੇ ਤੋਂ ਵੀ ਵੱਧ ਆਨੰਦ ਹੈ। ਜਿੱਥੇ ਆਪਾਂ ਸੁਣਿਆ ਉੱਥੇ ਮਨ ਦੇ ਅੰਦਰ ਧਾਰਨ ਕਰ ਲੈਣਾ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਜਿੱਥੇ ਆਪਾਂ ਗਾਉਣੇ ਹੈ, ਸੁਣਦੇ ਹੈ, ਉੱਥੇ ਮਨ ਦੇ ਵਿੱਚ ਪ੍ਰੇਮ ਦੇ ਨਾਲ ਧਾਰਨ ਕਰ ਲੈਣਾ ਚੀਜ਼ ਨੂੰ। ਉਹ ਸਤਿਗੁਰੂ ਜੀ ਕਹਿੰਦੇ ਜਿਹੜਾ ਇੱਦਾਂ ਕਰ ਲੈਂਦਾ ਹੈ, ਫਿਰ ਉਹਨੂੰ ਰਸ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਉਹਦੀ ਜਗਤ ਦੇ ਅੰਦਰ ਜੈ ਜੈਕਾਰ ਹੁੰਦੀ ਹੈ। ਪ੍ਰਭ ਜੀ ਤੇਰੀ ਓਟ ਗੁਸਾਈ। ਸਤਿਗੁਰੂ ਜੀ ਕਹਿੰਦੇ ਹੈ ਪ੍ਰਭੂ ਪਰਮੇਸ਼ਰ ਵਾਹਿਗੁਰੂ, ਸਾਨੂੰ ਤੇ ਤੇਰੀ ਹੀ ਓਟ ਹੈ, ਤੇਰਾ ਹੀ ਆਸਰਾ ਹੈ। ਤੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਇਸ ਕਰਕੇ ਤੇਰਾ ਆਸਰਾ ਅਸੀਂ ਲਿਆ ਹੈ। ਤੂੰ ਸਮਰੱਥ ਸਰਨ ਕਾ ਦਾਤਾ, ਆਠ ਪਹਿਰ ਤੁਮ ਧਿਆਈ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਤੂੰ ਸਮਰੱਥ ਹੈ, ਸਾਰੇ ਕਾਰਜ ਕਰਨ ਦੇ ਵਿੱਚ ਤੂੰ ਸ਼ਕਤੀ ਸੰਪੰਨ ਹੈ। ਸਰਨ ਕਾ ਦਾਤਾ, ਤੇਰੀ ਅਸੀਂ ਸ਼ਰਨ ਦੇ ਵਿੱਚ ਪਏ ਹੋਏ ਹਾਂ, ਤੂੰ ਦਾਤਾ ਹੈ, ਸਾਰੀਆਂ ਦਾਤਾਂ ਨੂੰ ਦੇਣ ਵਾਲਾ ਹੈ। ਆਠ ਪਹਿਰ ਤੁਮ ਧਿਆਈ, ਅੱਠੇ ਪਹਿਰ ਹੀ ਤੇਰੇ ਨਾਮ ਨੂੰ ਅਸੀਂ ਧਿਆਉਂਦੇ ਹਾਂ। ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ, ਤਿਸੈ ਅੰਦੇਸਾ ਨਾਹੀ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਜਿਹੜਾ ਤੇਰਾ ਭਜਨ ਕਰਦਾ ਹੈ, ਜਿਹੜਾ ਤੇਰੀ ਬੰਦਗੀ ਕਰਦਾ ਹੈ, ਤੇਰਾ ਨਾਮ ਜਪਦਾ ਹੈ, ਉਹਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਸੰਸਾ, ਕੋਈ ਵਹਿਮ, ਕੋਈ ਭਰਮ ਨਹੀਂ ਰਹਿੰਦਾ। ਸਾਰੇ ਜਿੰਨੇ ਵੀ ਭਰਮ ਹਨ, ਵਹਿਮ ਹਨ, ਉਹਦੇ ਦੂਰ ਹੋ ਜਾਂਦੇ।
क्योंकि परमेश्वर वाहिगुरु तेरी बंदगी ऐसी है, तेरे नाम का रस ऐसा है, वो सारे संशय भरम वहम अंदरों कढ़ दिंदा। इस करके सतगुरु जी कहते परमेश्वर वाहिगुरु तेरे भजन नूं जिहड़े करदे हन उन्हां दे अंदर किसी प्रकार का कोई शंका कोई तर्क नहीं हुंदी। सतगुर चरण लगे भौ मिटिया, हर गुण गाए मन माही। सतगुरु जी उचारण करते हैं कि जिहड़े गुरु के चरणों के नाल लग गए है, भौ मिटिया, उन्हां दे सारे डर मिट जाते। गुरु के चरण ऐसे हैं, जदों कोई गुरु के चरणी लग जाता है तो सारे डर उहदे दूर हो जाते हैं। ते सतगुरु जी कहते हर गुण गाए मन माही, मन दे विचों हरि परमेश्वर के गुणां नूं गाउंदा है। जिवें इतिहास के अंदर प्रतੱਖ रूप के अंदर जिहड़े गुरु के चरणी लगे, जिवें धन श्री गुरु गोबिंद सिंह महाराज सच्चे पातशाह जी के समय आनंदपुर साहिब तो जदों सतगुरु जी पौंटा साहिब गए तो रस्ते दे अंदर एक रायपुर की राणी, उहदा छोटा जिहा बच्चा राजा चढ़ाई कर गया तो वह राज भाग उहदे तो चले ना। बाकी जिहड़े कोई राजे सन वो तंग करन, राज भाग खोण कि हुण राजा नहीं है तो इहदे तो राज खो लिया जाए, इहनूं गुलाम बना लिया जाए। तो जदों उसनूं पता लग्या कि धन श्री गुरु गोबिंद सिंह महाराज इधर दी लंघ रहे है तो उन्हें सारी तैयारी की कि महाराज नूं अपने महलों के अंदर उन्होंने प्रशादा छकावांगे, उन्होंने सेवा करांगे। तो सतगुरां दे अगे बेनती की तो सतगुरु जी जदों रस्ते विच दी जा रहे सन तो रस्ते 'च खड़ी हो गई। जदों रस्ते 'च खड़ गई तो सतगुरु जी घोड़े ते सवार सन। नेड़े आके उन्हें सतगुरां दे चरनां ते शीश रख दिता। चढ़े चढ़ाए सतगुरु गुरु गोबिंद सिंह महाराज घोड़े ते हन ते चरनी आके जदों उन्हें अपना शीश लाया तो सतगुरु जी कहन लगे कि की बेनती है दसो। तो इन्हें बेनती की जी साढ़े घरे चरण पाओ महलों के अंदर। सतगुरु जी चले गए, इसने प्रशादा पानी छकाया। बाद दे विच इन्हें सारी गलबात दसी कि महाराज इदां जिहड़ा राजा सी वो चढ़ाई कर गया तो ये मेरा छोटा बच्चा है, बालक है। तो उस बच्चे नूं उन्हें सतगुरां दे चरनी जदों लाया, बच्चे ने मत्था टेकिया तो सतगुरां ने वेख के आख्या, कहन लगे राणी इस बच्चे दे जिहड़े केस है वो तूं कतल नहीं कराउणे, ते जे तू ये बच्चे दे केस ना कतल कराए तेरा राज भाग बनिया रहेगा। कोई तेरी वाह वल नहीं वेखदा, जिहड़ा भी कोई चढ़ के आएगा खत्म हो जाएगा। ते नाल सतगुरां ने एक शस्त्र दिता कि इस शस्त्र की तुसीं उच्ची जगह रख के इहदी धूफ बत्ती करनी है ते इहदा सत्कार रखना है। जिवें वो प्रतੱਖ रूप के अंदर बच्चा फिर उन्हें राज भाग संभालिया, राज भाग बचिया रहा। सारा डर सी जिहड़ा राजियां दा वो खत्म हो गया। इसे प्रकार ही सतगुरु जी कहते जिहड़ा गुरु के चरनी लग जाता उहदे सारे डर मिट जाते। गुरु के चरण की हन? सतगुरां दी पावन बाणी के अंदर बचन आउंदे हन, हिरदै चरण शब्द सतगुर को नानक बंध्यो पाल। कि जो गुरु की पावन गुरबाणी के शब्द हैं ये सतगुरां दे चरण हैं। जिहड़ा इन्हां शब्दां नूं अपने हिरदे च वसाउंदा है, मन करके इन्हां नूं जपदा है ते इन्हां दी आराधना करदा है, ये हन गुरु के चरण हिरदे च वसणे। इदां जिहड़ा गुरु दे चरनी लग जांदा है, सतगुरु जी कहंदे भौ मिटिया, उहदे सारे डर जिहड़े हन वो मिट जांदे हन। मौत का डर मिट जाता। इसे प्रकार जिन्ने भी डर संसार के अंदर मन्ने हैं वो सारे डर ही खत्म हो जाते। हर गुण गाए मन माही,
ਜਿਨ੍ਹਾਂ ਨੇ ਮਨ ਦੇ ਵਿੱਚ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਹੈ। ਸੂਖ ਸਹਿਜ ਆਨੰਦ ਕਨੇਰੇ, ਸਤਿਗੁਰ ਦੀਆ ਦਿਲਾਸਾ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸਹਿਜ ਜਿਹੜੀ ਆਤਮਿਕ ਅਡੋਲ ਅਵਸਥਾ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਆਨੰਦ ਕਨੇਰੇ, ਘਣੇ ਆਨੰਦ ਦੀ, ਬਹੁਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਦੀਆ ਦਿਲਾਸਾ, ਕਿਉਂਕਿ ਗੁਰੂ ਨੇ ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਕੇ ਉਹਨਾਂ ਨੂੰ ਦਿਲਾਸਾ ਦੇ ਦਿੱਤਾ, ਧੀਰਜ ਦੇ ਦਿੱਤਾ। ਜਿਹੜਾ ਮਨ ਖੜਦਾ ਨਹੀਂ ਸੀ, ਹਰ ਸਮੇਂ ਡਰਦਾ ਰਹਿੰਦਾ ਸੀ, ਮੌਤ ਤੋਂ ਡਰਦਾ ਰਹਿੰਦਾ ਸੀ, ਇਸੇ ਪ੍ਰਕਾਰ ਜਮਾਂ ਦਾ ਡਰ ਸੀ, ਪਰਲੋਕ ਦਾ ਡਰ ਸੀ, ਸਤਿਗੁਰੂ ਨੇ ਨਾਮ ਉਪਦੇਸ਼ ਬਖਸ਼ਿਸ਼ ਕਰਕੇ ਉਹ ਸਾਰਾ ਡਰ ਦੂਰ ਕਰਕੇ ਧੀਰਜ ਦੇ ਦਿੱਤਾ। ਜਿਨ ਘਰ ਆਏ ਸੋਭਾ ਛੇਤੀ, ਪੂਰਨ ਹੋਈ ਆਸਾ। ਸਤਿਗੁਰੂ ਜੀ ਕਹਿੰਦੇ ਫਿਰ ਉਹ ਜਿਨ ਘਰ, ਜਿਨ ਦਾ ਅਰਥ ਹੁੰਦਾ ਜਿੱਤ ਕੇ, ਇਹ ਜੀਵਨ ਦੀ ਬਾਜੀ ਨੂੰ ਜਿੱਤ ਕੇ ਉਹ ਆਪਣੇ ਅਸਲੀ ਘਰ ਦੇ ਵਿੱਚ ਜਾਂਦੇ ਹੈ। ਸੋਭਾ ਛੇਤੀ, ਸੋਭਾ ਦੇ ਸਹਿਤ ਹੋ ਕੇ। ਪੂਰਨ ਹੋਈ ਆਸਾ, ਫਿਰ ਉਹਨਾਂ ਦੀਆਂ ਆਸਾਂ ਜਿਹੜੀਆਂ ਹਨ ਉਹ ਪੂਰਨ ਹੋ ਜਾਂਦੀਆਂ। ਇਹ ਸੰਸਾਰ ਦੇ ਅੰਦਰ ਬਾਜੀ ਕੋਈ ਵਿਰਲਾ ਵਿਰਲਾ ਹੀ ਜਿੱਤਦਾ ਹੈ। ਸੰਸਾਰ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਜੇ ਬਾਜੀ ਨੂੰ ਜਿੱਤਣਾ ਹੈ ਤੇ ਉਹਦਾ ਇੱਕੋ ਹੀ ਮਾਰਗ ਹੈ। ਜਪਜੀ ਸਾਹਿਬ ਬਾਣੀ ਦੇ ਅੰਦਰ ਆਪਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ ਜਿਹਨੇ ਜਗਤ ਨੂੰ ਜਿੱਤਣਾ ਹੈ ਉਹ ਇੱਕ ਕੰਮ ਕਰ ਲਵੇ, ਸੰਸਾਰ ਜਿੱਤਿਆ ਜਾਏਗਾ। ਤੇ ਸਤਿਗੁਰੂ ਜੀ ਬਚਨ ਕਰਦੇ ਹਨ, ਮਨ ਜੀਤੈ ਜਗ ਜੀਤ, ਕਿ ਜਦੋਂ ਕੋਈ ਆਪਣੇ ਮਨ ਨੂੰ ਜਿੱਤ ਲੈਂਦਾ ਉਹ ਜਗਤ ਨੂੰ ਜਿੱਤ ਲੈਂਦਾ। ਕਿਉਂਕਿ ਮਨ ਦੇ ਅੰਦਰੋਂ ਹੀ ਸਾਰੇ ਫੁਰਨੇ ਉੱਠਣੇ ਹੈ, ਮਨ ਦੇ ਅੰਦਰੋਂ ਹੀ ਸੰਕਲਪ ਬਣਨੇ ਹੈ। ਤੇ ਜਿਹੜਾ ਉਸ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਰੋਕ ਕੇ, ਫੁਰਨਿਆਂ ਨੂੰ ਰੋਕ ਕੇ ਉਹਦੇ 'ਤੇ ਕਾਬੂ ਪਾ ਲੈਂਦਾ, ਉਹ ਸਤਿਗੁਰੂ ਜੀ ਕਹਿੰਦੇ ਅਸਲੀ ਰਾਜਾ ਹੁੰਦਾ, ਉਹ ਜਗਤ ਨੂੰ ਜਿੱਤ ਲੈਂਦਾ। ਇਸੇ ਪ੍ਰਕਾਰ ਹੀ ਧਾਰਮਿਕ ਗ੍ਰੰਥਾਂ ਦੇ ਅੰਦਰ ਬਚਨ ਆਉਂਦੇ ਹਨ। ਭਰਥਰੀ ਹਰੀ ਜੀ ਦੇ ਇੱਕ ਰਾਜਾ ਹੋਇਆ, ਉਹਨੇ ਗ੍ਰੰਥ ਲਿਖਿਆ, ਉਹਦੇ ਅੰਦਰ ਬਚਨ ਆਉਂਦੇ ਹਨ, ਮਨ ਰਿਪ ਜੀਤਾ ਸਭ ਰਿਪ ਜੀਤੇ। ਮਨ ਰਿਪ ਜੀਤਾ ਸਭ ਰਿਪ ਜੀਤੇ, ਕਿ ਜਿੰਨਾ ਚਿਰ ਸਾਡਾ ਮਨ, ਰਿਪ ਦਾ ਅਰਥ ਹੁੰਦਾ ਵੈਰੀ, ਜੀਤਾ ਦਾ ਅਰਥ ਹੁੰਦਾ ਜਿਉਂਦਾ, ਤੇ ਜੀਤਾ ਦਾ ਅਰਥ ਹੁੰਦਾ ਜਿੱਤਿਆ ਹੋਇਆ। ਉਹ ਮਹਾਤਮਾ ਨੇ ਬਚਨ ਲਿਖੇ ਹਨ ਕਿ ਜਿੰਨਾ ਚਿਰ ਮਨ ਜਿਉਂਦਾ ਸਾਡਾ, ਉਹਨਾਂ ਚਿਰ ਸਾਰੇ ਵੈਰੀ ਜਿਉਂਦੇ ਹੈ, ਬਾਹਰਲੇ ਵੀ ਅੰਦਰਲੇ ਵੀ। ਉਹਨਾਂ ਚਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਵੀ ਵੈਰੀ ਜਿਉਂਦੇ ਹੈ ਤੇ ਬਾਹਰਲੇ ਵੀ ਜਿਉਂਦੇ ਹੈ। ਕਿਉਂਕਿ ਮਨ ਦੇ ਅੰਦਰੋਂ ਈਰਖਾ ਨਿਕਲਣੀ ਹੈ, ਨਫ਼ਰਤ ਨਿਕਲਣਾ, ਕ੍ਰੋਧ ਨਿਕਲਣਾ, ਜਿਹਦੇ ਨਾਲ ਬਾਹਰ ਵੀ ਦੁਸ਼ਮਣ ਬਣ ਜਾਂਦੇ, ਕਿਉਂਕਿ ਮਨ ਜਿਉਂਦਾ ਹੈ। ਪਰ ਜਦੋਂ ਕਹਿੰਦੇ ਮਨ ਰਿਪ ਜੀਤਾ, ਜਦੋਂ ਇਕੱਲੇ ਮਨ ਵੈਰੀ ਨੂੰ ਜਿੱਤ ਲਿਆ, ਫਿਰ ਸਭ ਰਿਪ ਜੀਤਾ, ਸਾਰੇ ਵੈਰੀ ਹੀ ਜਿੱਤ ਲਏ, ਕੋਈ ਆਕੀ ਨਹੀਂ ਰਿਹਾ, ਫਿਰ ਸਭ ਨੂੰ ਉਹਨੇ ਅਧੀਨ ਕਰ ਲਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਣ ਘਰ ਆਏ ਸੋਭਾ ਛੇਤੀ, ਉਹ ਆਪਣੇ ਮਨ ਨੂੰ ਜਿੱਤ ਕੇ, ਇਹ ਜੀਵਨ ਦੀ ਬਾਜੀ ਨੂੰ ਜਿੱਤ ਕੇ, ਸੋਭਾ ਦੇ ਸਹਿਤ ਹੋ ਕੇ ਆਪਣੇ ਅਸਲੀ ਘਰ ਦੇ ਵਿੱਚ ਆ ਜਾਂਦੇ ਆ। ਪੂਰਨ ਹੋਈ ਆਸਾ, ਉਹਨਾਂ ਦੀ ਸਾਰੀ ਆਸਾ ਜਿਹੜੀ ਹੁੰਦੀ ਹੈ, ਇੱਛਾ ਹੁੰਦੀ ਹੈ, ਉਹ ਪੂਰੀ ਹੋ ਜਾਂਦੀ ਹੈ। ਪੂਰਾ ਗੁਰ ਪੂਰੀ ਮਤ ਜਾ ਕੀ, ਪੂਰਨ ਪ੍ਰਭ ਕੇ ਕਾਮਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਗੁਰੂ ਪੂਰਾ ਹੈ ਤੇ ਉਹ ਗੁਰੂ ਦਾ ਉਪਦੇਸ਼ ਜਿਨ੍ਹਾਂ ਨੇ ਗ੍ਰਹਿਣ ਕਰ ਲਿਆ, ਉਹਨਾਂ ਦੀ ਮੱਤ ਵੀ ਪੂਰੀ ਬਣ ਜਾਂਦੀ ਹੈ। ਉਹਨਾਂ ਦੀ ਮੱਤ ਕੱਚੀ ਨਹੀਂ ਰਹਿੰਦੀ, ਅਕਲ ਉਹਨਾਂ ਦੀ ਕੱਚੀ ਨਹੀਂ ਰਹਿੰਦੀ ਕਿ ਜਿੱਧਰ ਕਿਸੇ ਨੇ ਕਿਹਾ ਉੱਧਰ ਨੂੰ ਲੱਗ ਤੁਰੇ, ਇੱਦਾਂ ਕੱਚੀ ਮੱਤ ਨਹੀਂ ਹੁੰਦੀ ਉਹਨਾਂ ਦੀ। ਜਿਨ੍ਹਾਂ ਦਾ ਗੁਰੂ ਪੂਰਾ ਹੈ ਤੇ ਗੁਰੂ ਦੇ ਦਿੱਤੇ ਉਪਦੇਸ਼ ਨੂੰ ਜਿਨ੍ਹਾਂ ਨੇ ਕਮਾਇਆ ਹੋਇਆ, ਉਹਨਾਂ ਦੀ ਮੱਤ ਜਿਹੜੀ ਅਕਲ ਹੈ ਉਹ ਸਤਿਗੁਰੂ ਜੀ ਕਹਿੰਦੇ ਪੂਰੀ ਹੁੰਦੀ ਹੈ, ਅਧੂਰੀ ਨਹੀਂ ਹੁੰਦੀ, ਕਦੇ ਡੋਲਦੇ ਨਹੀਂ। ਪੂਰਨ ਪ੍ਰਭ ਕੇ ਕਾਮਾ, ਤੇ ਫਿਰ ਪ੍ਰਭੂ ਪਰਮੇਸ਼ਰ ਵਾਹਿਗੁਰੂ ਉਹਨਾਂ ਦੇ ਜਿੰਨੇ ਕੰਮ ਹਨ, ਜਿੰਨੀਆਂ ਉਹਨਾਂ ਦੀਆਂ ਕਾਮਨਾਵਾਂ ਹਨ, ਉਹ ਸਾਰੀਆਂ ਹੀ ਪੂਰੀਆਂ ਕਰ ਦਿੰਦਾ ਹੈ। ਕਿਉਂਕਿ ਜਿਹੜੇ ਪੂਰੇ ਗੁਰੂ ਦੇ ਲੜ ਲੱਗਦੇ ਹੈ
ਪੂਰੇ ਗੁਰੂ ਦਾ ਉਪਦੇਸ਼ ਲੈਂਦੇ ਹੈ, ਉਹਨਾਂ ਦੀਆਂ ਹੀ ਕਾਮਨਾਵਾਂ ਸਤਿਗੁਰੂ ਜੀ ਕਹਿੰਦੇ ਪੂਰੀਆਂ ਹੁੰਦੀਆਂ। ਜਿੰਨਾ ਚਿਰ ਗੁਰੂ 'ਤੇ ਸ਼ਰਧਾ, ਪ੍ਰੇਮ, ਵਿਸ਼ਵਾਸ ਅਤੇ ਭਰੋਸਾ ਨਹੀਂ ਆਉਂਦਾ, ਕਿਉਂਕਿ ਮਨ ਦਾ ਸਾਡੇ ਦਾ ਸੁਭਾਅ ਐਸਾ ਹੁੰਦਾ ਹੈ ਕਿ ਕੋਈ ਛੋਟਾ ਜਿਹਾ ਵੀ ਦੁੱਖ ਆ ਗਿਆ ਅਤੇ ਅਸੀਂ ਉਹਨੂੰ ਝੱਲ ਨਹੀਂ ਸਕਦੇ, ਫਿਰ ਅਸੀਂ ਡੋਲ ਜਾਂਦੇ ਹਾਂ, ਫਿਰ ਅਸੀਂ ਡੋਲ ਕੇ ਭਟਕ ਜਾਂਦੇ ਹਾਂ। ਪਰ ਜੇ ਅਸੀਂ ਗੁਰੂ 'ਤੇ ਆਸਰਾ ਰੱਖੀਏ, ਭਰੋਸਾ ਰੱਖੀਏ, ਵਿਸ਼ਵਾਸ ਰੱਖੀਏ, ਧੀਰਜ ਰੱਖੀਏ, ਅਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦੀ ਮੱਤ ਜਿਹੜੀ ਉਹ ਪੂਰੀ ਹੁੰਦੀ ਹੈ ਅਤੇ ਉਹਨਾਂ ਦੇ ਕਾਰਜ, ਉਹਨਾਂ ਦੀਆਂ ਕਾਮਨਾਵਾਂ ਉਹ ਵੀ ਸਤਿਗੁਰੂ ਜੀ ਕਹਿੰਦੇ ਗੁਰੂ ਪੂਰੀਆਂ ਕਰ ਦਿੰਦਾ ਹੈ। ਗੁਰ ਚਰਨੀ ਲਾਗ ਤਰਿਓ ਭਵ ਸਾਗਰ, ਜਪ ਨਾਨਕ ਹਰ ਹਰ ਨਾਮਾ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਦੇ ਚਰਨੀ ਲੱਗ ਗਏ, ਉਹ ਇਹ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਤਰ ਗਏ। ਕਿਵੇਂ ਤਰੇ ਹੈ? ਜਪ ਨਾਨਕ ਹਰ ਹਰ ਨਾਮਾ। ਉਹਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਕਿਉਂਕਿ ਗੁਰੂ ਉਪਦੇਸ਼ ਕਰਦਾ ਨਾਮ ਜਪੋ। ਕਲਯੁਗ ਦੇ ਸਮੇਂ ਦੇ ਅੰਦਰ ਹੋਰ ਜਿਹੜੇ ਕੋਈ ਸਾਧਨ ਕਰਨੇ ਹੈ ਉਹ ਇੰਨੇ ਸਫਲੇ ਨਹੀਂ ਹੁੰਦੇ ਜਿੰਨਾ ਨਾਮ ਜਪਣ ਦਾ ਸਾਧਨ ਸਫਲਾ ਹੁੰਦਾ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਅਬ ਕਲੂ ਆਇਓ ਰੇ, ਇੱਕ ਨਾਮ ਬੋਵ ਹੋ ਅਨਰੂਤ ਨਾਹੀ ਨਾਹੀ, ਮਤ ਭਰਮ ਭੂਲਹੁ ਭੂਲਹੁ। ਕਿ ਜਿਵੇਂ ਸਿਆਣਾ ਜ਼ਿਮੀਂਦਾਰ ਉਹ ਮੰਨਿਆ ਜਾਂਦਾ ਹੈ ਜਿਹੜਾ ਜੈਸੀ ਰੁੱਤ ਹੋਵੇ ਵੈਸਾ ਬੀਜ ਬੀਜਦਾ। ਜੇ ਰੁੱਤ ਦੇ ਅਨੁਸਾਰ ਬੀਜ ਨਾ ਬੀਜੇ, ਫਸਲ ਨਹੀਂ ਨਿਕਲਣੀ, ਝਾੜ ਨਹੀਂ ਮਿਲਣੇ। ਇਸੇ ਪ੍ਰਕਾਰ ਹੀ ਜਿਵੇਂ ਕੁਰਤਾ ਬੀਜ ਕੋਈ ਬੀਜਦੇ ਹੀ ਉਹ ਉੱਗਦਾ ਨਹੀਂ, ਫਲੀ ਭੂਤ ਨਹੀਂ ਹੁੰਦਾ, ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਕਲਯੁਗ ਦੇ ਸਮੇਂ ਦੇ ਅੰਦਰ ਤੇ ਰੁੱਤ ਨਾਮ ਜਪਣ ਦੀ ਹੈ। ਅਬ ਕਲੂ ਆਇਓ ਰੇ, ਇੱਕ ਨਾਮ ਬੋਵ ਹੋ। ਹੁਣ ਤੇ ਨਾਮ ਬੀਜਣ ਦਾ ਜਿਹੜਾ ਉਹ ਸਮਾਂ ਮਿਲਿਆ ਹੋਇਆ, ਤੇ ਨਾਮ ਬੀਜਣਾ ਕਿੱਥੇ ਹੈ? ਉਹ ਸਰੀਰ ਦੇ ਅੰਦਰ। ਖੇਤ ਸਰੀਰ ਜੋ ਬੀਜੀ ਹੈ, ਅੰਤ ਖਲੋਆ ਆਏ। ਇਹ ਖੇਤ ਰੂਪੀ ਜਿਹੜਾ ਸਰੀਰ ਰੂਪੀ ਖੇਤ ਹੈ, ਇਹਦੇ ਅੰਦਰ ਨਾਮ ਦਾ ਬੀਜ ਜਿਹੜਾ ਉਹ ਬੀਜਣਾ ਹੈ, ਜਿਹਨੂੰ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਅੰਦਰ ਬਚਨ ਕੀਤੇ ਹਨ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸਤਿਗੁਰੂ ਜੀ ਕਹਿੰਦੇ ਨਾਮ ਦਾ ਬੀਜ ਪਾ ਕੇ ਉੱਤੇ ਸੰਤੋਖ ਦਾ ਸੁਹਾਗਾ ਰੱਖਣਾ, ਕਿ ਜਿਹੜੇ ਕੋਈ ਵਿਕਾਰ ਹਨ, ਪੰਛੀ ਹਨ, ਇਹ ਦਾਣਾ ਚੁੱਕ ਕੇ ਨਾ ਲੈ ਜਾਣ ਤੇਰਾ, ਅਤੇ ਫਿਰ ਤੈਨੂੰ ਸਤਿਗੁਰੂ ਜੀ ਕਹਿੰਦੇ ਇਸ ਨਾਮ ਦੇ ਵਿੱਚੋਂ ਉਸ ਬ੍ਰਹਮ ਦੇ ਗਿਆਨ ਦਾ ਜਿਹੜਾ ਫਲ ਹੈ ਉਹ ਪ੍ਰਾਪਤ ਹੋਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਲਯੁਗ ਦੇ ਸਮੇਂ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਨੇ ਜਪਿਆ ਹੈ ਉਹ ਗੁਰੂ ਦੇ ਚਰਨੀ ਲੱਗ ਕੇ ਇਹ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਸੋਰਠ ਮਹੱਲਾ ਪੰਜਵਾ। ਭਇਓ ਕਿਰਪਾਲ ਦੀਨ ਦੁਖ ਭੰਜਨ, ਆਪੇ ਸਭ ਬਿਧ ਠਾਟੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਅਗਲੇ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਅੰਦਰ ਸਤਿਗੁਰਾਂ ਦੀ ਸਿੱਖਿਆ ਹੈ, ਮੇਰੇ ਮਨ ਗੁਰ ਗੋਬਿੰਦ ਸਦ ਧਿਆਈਐ। ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਕੇ, ਇਹ ਉੱਤਮ ਵਕਤੇ ਦੀ ਨਿਸ਼ਾਨੀ ਹੈ। ਤਿੰਨ ਤਰ੍ਹਾਂ ਦੇ ਵਕਤੇ ਹਨ ਸੰਸਾਰ ਦੇ ਅੰਦਰ। ਇੱਕ ਉੱਤਮ ਵਕਤੇ ਹੁੰਦੇ ਹੈ, ਇੱਕ ਮੱਧਮ ਵਕਤੇ ਹੁੰਦੇ ਹੈ, ਇੱਕ ਕਨਿਸ਼ਟ ਵਕਤੇ ਹੁੰਦੇ। ਸੰਸਾਰ ਦੇ ਅੰਦਰ ਜਿਹੜੇ ਕੋਈ ਪੀਰ ਪੈਗੰਬਰ ਅਵਤਾਰ ਹੋਏ ਉਹਨਾਂ ਨੇ ਉਪਦੇਸ਼ ਬਖਸ਼ਿਸ਼ ਕੀਤੇ। ਕਿਸੇ ਨੇ ਮੱਧਮ ਵਕਤੇ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਦੂਸਰਿਆਂ ਨੂੰ ਸੰਬੋਧਨ ਕਰਕੇ। ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਅਰਜਨ ਨੂੰ ਸੰਬੋਧਨ ਕਰਕੇ, ਇੱਕ ਮਨੁੱਖ ਨੂੰ ਉਹਦੇ ਅੰਦਰ ਅਰਜਨ ਨੂੰ ਸੰਬੋਧਨ ਕਰਕੇ ਉਪਦੇਸ਼ ਬਖਸ਼ਿਸ਼ ਕੀਤੇ। ਇਸੇ ਪ੍ਰਕਾਰ ਫਿਰ ਕਨਿਸ਼ਟ ਵਕਤੇ ਹੁੰਦੇ ਆ ਜਿਹੜੇ ਕਿਸੇ ਨੂੰ ਤਾੜ ਕੇ, ਕਿਸੇ ਨੂੰ ਧੱਕੇ ਦੇ ਨਾਲ, ਕਿਸੇ ਨੂੰ ਸਖਤੀ ਦੇ ਨਾਲ ਉਪਦੇਸ਼ ਦਿੰਦੇ ਆ। ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਉਪਦੇਸ਼ ਜਿਹੜੇ ਆ ਉੱਤਮ ਵਕਤੇ ਦੁਆਰਾ
ਸਤਿਗੁਰੂ ਜੀ ਕਹਿੰਦੇ ਹਨ, ਮੇਰੇ ਮਨ, ਆਪਣੇ ਮਨ ਦੁਆਰਾ, ਆਪਣੇ ਮਨ ਨੂੰ ਸਿੱਖਿਆ ਬਖਸ਼ਿਸ਼ ਕਰਦੇ। ਇਹ ਉੱਤਮ ਵਕਤੇ ਦੀ ਨਿਸ਼ਾਨੀ ਹੈ ਕਿ ਆਪਣੇ ਰਾਹੀਂ ਉਪਦੇਸ਼ ਸਾਰੇ ਜਗਤ ਨੂੰ ਦੇ ਦੇਣਾ। ਜਿਵੇਂ ਆਪਾਂ ਭੋਗ ਦੇ ਸ਼ਲੋਕ ਸਰਵਣ ਕੀਤੇ ਹੈ, ਉਹਨਾਂ ਦੇ ਅੰਦਰ ਵਾਰ-ਵਾਰ ਬਚਨ ਆਉਂਦਾ, ਕਹੋ ਨਾਨਕ ਸੁਨ ਰੇ ਮਨਾ, ਕਹੋ ਨਾਨਕ ਸੁਨ ਰੇ ਮਨਾ। ਤਕਰੀਬਨ ਹਰ ਇੱਕ ਸ਼ਲੋਕ ਦੇ ਅੰਦਰ ਹੀ ਇਹ ਬਚਨ ਆਉਂਦਾ, ਮਨ ਨੂੰ ਸੰਬੋਧਨ ਕਰਕੇ। ਕਿਉਂਕਿ ਜਿਹੜਾ ਮਨ ਨੂੰ ਉਪਦੇਸ਼ ਕੀਤਾ ਜਾਵੇ ਉਹ ਸਾਰਿਆਂ ਲਈ ਸਾਂਝਾ ਹੈ। ਜਿਵੇਂ ਮਨ ਜਿਹੜਾ ਉਹ ਤਾਂ ਹਰੇਕ ਦੇ ਅੰਦਰ ਹੀ ਹੈ, ਮਨ ਤੋਂ ਬਿਨਾਂ ਤਾਂ ਕੋਈ ਵੀ ਨਹੀਂ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕਿਸੇ ਧਰਮ ਦਾ ਵੀ ਹੈ। ਮਨ ਤੋਂ ਬਿਨਾਂ ਤਾਂ ਕਿਸੇ ਦੀ ਹਸਤੀ ਹੈ ਹੀ ਨਹੀਂ। ਇਸ ਕਰਕੇ ਸਤਿਗੁਰਾਂ ਨੇ ਉਪਦੇਸ਼ ਮਨ ਨੂੰ ਕੀਤਾ ਕਿ ਮਨ ਸਭ ਦੇ ਅੰਦਰ ਹੀ ਹੈ। ਇਹ ਉੱਤਮ ਵਕਤੇ ਦੀ ਨਿਸ਼ਾਨੀ ਹੈ। ਮੇਰੇ ਮਨ ਗੁਰ ਗੋਬਿੰਦ ਸਦ ਧਿਆਈਐ। ਸਤਿਗੁਰੂ ਜੀ ਕਹਿੰਦੇ ਗੁਰੂ ਅਤੇ ਗੋਬਿੰਦ ਪਰਮੇਸ਼ਰ ਨੂੰ, ਗੁਰੂ ਅਤੇ ਪਰਮੇਸ਼ਰ ਦੋਹਾਂ ਨੂੰ ਹੇ ਮੇਰੇ ਮਨਾ ਸਦਾ ਹੀ ਧਿਆਉਣਾ ਕਰ। ਧਿਆਉਣ ਦੇ ਨਾਲ ਕੀ ਮਿਲੇਗਾ? ਸਗਲ ਕਲੇਸ਼ ਮਿਟਹਿ ਇਸ ਤਨ ਤੇ। ਸਾਰੇ ਕਲੇਸ਼ ਜਿਹੜੇ ਹਨ ਤੇਰੇ ਮਿਟ ਜਾਣਗੇ ਸਰੀਰ ਦੇ ਵਿੱਚੋਂ। ਅਤੇ ਮਨ ਚਿੰਦਿਆ ਫਲ ਪਾਈਐ। ਮਨ ਇੱਛਤ ਫਲ ਜਿਹੜਾ ਉਹਦੀ ਤੈਨੂੰ ਪ੍ਰਾਪਤੀ ਹੋਏਗੀ। ਆਰੰਭਤਾ ਤੋਂ ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਭਇਓ ਕਿਰਪਾਲ ਦੀਨ ਦੁਖ ਭੰਜਨ, ਆਪੇ ਸਭ ਵਿਧ ਥਾਟੀ। ਜਿਨ੍ਹਾਂ ਦੇ ਉੱਤੇ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਕਿਰਪਾਲੂ ਹੁੰਦਾ, ਦੀਨ ਦੁਖ ਭੰਜਨ, ਉਹ ਫਿਰ ਦੀਨਾਂ ਦਾ, ਗਰੀਬਾਂ ਦਾ ਦੁੱਖ ਜਿਹੜਾ ਉਹਨੂੰ ਭੰਨਣ ਵਾਲਾ, ਨਾਸ਼ ਕਰਨ ਵਾਲਾ। ਆਪੇ ਸਭ ਵਿਧ ਥਾਟੀ, ਉਹ ਪ੍ਰਭੂ ਪਰਮੇਸ਼ਰ ਨੇ ਆਪ ਹੀ ਸਾਰੀ ਵਿਧੀ ਨੂੰ ਥਾਟੀ ਕਹੀਏ ਬਣਾਇਆ ਹੈ, ਸਵਾਰਿਆ ਹੈ। ਖਿਨ ਮਹਿ ਰਾਖ ਲਿਓ ਜਨ ਆਪਣਾ, ਗੁਰ ਪੂਰੈ ਬੇੜੀ ਕਾਟੀ। ਸਤਿਗੁਰੂ ਜੀ ਕਹਿੰਦੇ ਉਹ ਆਪਣੇ ਜਨਾਂ ਦੀ ਰੱਖਿਆ ਇੱਦਾਂ ਕਰਦਾ ਇੱਕ ਛਿਣ ਦੇ ਅੰਦਰ ਹੀ। ਇਹ ਨਹੀਂ ਕਿ ਉਹ ਸਮਾਂ ਲਾਉਂਦਾ। ਜਦੋਂ ਕੋਈ ਬਿਪਤਾ ਦਾ ਸੰਤਾਂ, ਭਗਤਾਂ, ਸੇਵਕਾਂ 'ਤੇ ਸਮਾਂ ਆਉਂਦਾ ਤਾਂ ਇੱਕ ਛਿਣ ਦੇ ਅੰਦਰ ਹੀ ਪ੍ਰਗਟ ਹੋ ਜਾਂਦਾ। ਉੱਥੇ ਹੀ ਉਹਨਾਂ ਦੀ ਰੱਖਿਆ ਹੁੰਦੀ ਹੈ। ਗੁਰ ਪੂਰੈ ਬੇੜੀ ਕਾਟੀ। ਪੂਰੇ ਗੁਰੂ ਨੇ ਜਿਹੜੀਆਂ ਪਈਆਂ ਹੋਈਆਂ ਬੇੜੀਆਂ ਸਨ ਜੰਮਣ ਮਰਨ ਦੀਆਂ, ਹੰਗਤਾ ਮਮਤਾ ਦੀਆਂ, ਉਹ ਸਾਰੀਆਂ ਹੀ ਕੱਟ ਦਿੱਤੀਆਂ। ਪ੍ਰਤੱਖ ਰੂਪ ਦੇ ਅੰਦਰ ਵੀ ਬੇੜੀਆਂ ਕੱਟੀਆਂ। ਜਿਵੇਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੀਰੀ ਪੀਰੀ ਵਾਲੇ ਸਤਿਗੁਰੂ, ਜਿਨ੍ਹਾਂ ਨੂੰ ਬੰਦੀ ਛੋੜ ਸਤਿਗੁਰੂ ਕਿਹਾ ਜਾਂਦਾ। ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ 52 ਰਾਜੇ ਜਿਹੜੇ ਉਸ ਸਮੇਂ ਦੇ ਹਕੂਮਤ ਨੇ, ਜਹਾਂਗੀਰ ਨੇ ਕੈਦ ਕੀਤੇ ਹੋਏ ਸਨ, ਥੰਮਾਂ ਦੇ ਨਾਲ ਬੰਨ੍ਹੇ ਹੋਏ, ਪੈਰਾਂ 'ਚ ਬੇੜੀਆਂ ਪਾਈਆਂ ਹੋਈਆਂ, ਰੋਟੀ ਇੱਕ ਟਾਈਮ ਮਿਲਦੀ ਹੈ, ਬੜੇ ਦੁਖੀ ਸਨ ਅਤੇ ਉਹ ਸਤਿਗੁਰਾਂ ਨੇ ਰਿਹਾ ਕਰਾਏ। ਉੱਥੋਂ ਉਹਨਾਂ ਦੀ ਬੰਦ ਖਲਾਸੀ ਕਰਾਈ। ਇਸੇ ਪ੍ਰਕਾਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਸੱਚਖੰਡ ਗਮਨ ਕਰ ਗਏ, ਜੋਤੀ ਜੋਤ ਸਮਾ ਗਏ, ਉਸ ਤੋਂ ਤਕਰੀਬਨ ਕਾਫੀ ਸਮੇਂ ਬਾਅਦ ਹਜ਼ੂਰ ਸਾਹਿਬ ਦੇ ਨੇੜੇ ਇੱਕ ਰਿਆਸਤ ਹੈ ਜਨਵਾਰਾ, ਜਿੱਥੇ ਮਾਤਾ ਭਾਗ ਕੌਰ ਜੀ ਦਾ ਅਸਥਾਨ ਹੈ। ਮਾਤਾ ਜੀ ਨੇ ਉੱਥੇ 5 ਭੌਤਿਕ ਸਰੀਰ ਤਿਆਗਿਆ। ਉਸ ਜਨਵਾਰੇ ਦੇ 2 ਰਾਜੇ ਸਨ, ਇੱਕ ਬਾਲਾ ਰਾਓ ਅਤੇ ਰਸਤਮ ਰਾਓ। ਇਹ ਬੜੇ ਯੋਧੇ ਅਤੇ ਹਠੀਲੇ ਰਾਜੇ ਸਨ। ਇਹਨਾਂ ਦਾ ਰਾਜ ਭਾਗ ਬੜਾ ਕਾਇਮ ਸੀ ਅਤੇ ਇਹਨਾਂ ਦੇ ਜਿਹੜੇ ਜੰਗ ਯੁੱਧ ਸਨ ਉਹ ਮਰਹੱਟਿਆਂ ਦੇ ਨਾਲ ਹੁੰਦੇ ਸਨ। ਮਰਹੱਟਾ ਬੜੀ ਲੜਾਕਾ ਕੌਮ ਮੰਨੀ ਹੈ। ਉਹਨਾਂ ਦੇ ਨਾਲ ਇਹਨਾਂ ਦੇ ਜੰਗ ਯੁੱਧ ਹੁੰਦੇ ਅਤੇ ਉਹਨਾਂ ਦਾ ਜਿਹੜਾ ਸੀ ਬਲ ਇਹਨਾਂ ਦੇ ਉੱਤੇ ਪੈ ਗਿਆ, ਉਹ ਭਾਰੀ ਪੈ ਗਏ। ਉਹਨਾਂ ਨੇ ਦੋਵੇਂ ਰਾਜਿਆਂ ਨੂੰ ਕੈਦ ਕਰ ਲਿਆ ਅਤੇ ਜਿਹੜੀ ਸਤਾਰੇ ਦੀ ਜੇਲ੍ਹ ਮੰਨੀ, ਸਤਾਰਾ ਸ਼ਹਿਰ ਹੈ ਇੱਕ, ਪੂਨੇ ਸਤਾਰੇ ਦੀ ਜੇਲ੍ਹ ਬੜੀ ਪ੍ਰਸਿੱਧ ਮੰਨੀ ਹੈ, ਉਹ ਬੜੀ ਭਿਆਨਕ ਜੇਲ੍ਹ ਹੈ। ਉਹਦੇ ਅੰਦਰ ਇਹਨਾਂ ਨੂੰ ਕੈਦ ਕਰ ਦਿੱਤਾ, ਉਮਰ ਕੈਦੀ ਬਣਾ ਦਿੱਤੇ ਵੀ ਇੱਥੇ ਹੀ ਇਹਨਾਂ ਨੇ ਮਰਨਾ ਹੁਣ। ਅਤੇ ਉਸ ਜੇਲ੍ਹ ਦੇ ਅੰਦਰ ਜਦੋਂ ਇਹ ਕੈਦ ਕੀਤੇ ਗਏ ਅਤੇ ਉੱਥੇ ਇੱਕ ਗੁਰੂ ਕੇ ਸਿੱਖ ਦੀ ਨੌਕਰੀ ਕਰਦਾ ਸੀ, ਜਿਹੜਾ ਜੇਲ੍ਹ ਦੇ ਅੰਦਰ ਉਹਨਾਂ ਦੀ ਕੈਦੀਆਂ ਦੀ ਰਾਖੀ ਵਾਸਤੇ ਦਰਬਾਨਚੀ ਹੁੰਦੇ, ਪਹਿਰੇਦਾਰ ਹੁੰਦੇ, ਉੱਥੇ ਡਿਊਟੀ ਕਰਦਾ। ਅਤੇ ਉਹ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਉੱਥੇ ਬਹਿ ਕੇ ਬਾਣੀ ਪੜ੍ਹਦਾ, ਗੁਰੂ ਕੀ ਪਾਵਨ ਬਾਣੀ ਦਾ ਨਿਤਨੇਮ ਕਰਦਾ।
ਤੇ ਜਦੋਂ ਉਹ ਬਾਣੀ ਸੁਣਦੇ ਤੇ ਉਹਨਾਂ ਨੂੰ ਬੜਾ ਸੁੱਖ ਮਿਲਦਾ, ਸ਼ਾਂਤੀ ਜਿਹੀ ਆਉਂਦੀ, ਧੀਰਜ ਆਉਂਦਾ, ਮਨ ਦੇ ਅੰਦਰ ਟਿਕਾਅ ਆਉਂਦਾ। 2-4 ਦਿਨਾਂ ਬਾਅਦ ਉਹਨਾਂ ਨੇ ਪੁੱਛਿਆ ਵੀ ਤੂੰ ਇਹ ਕਿਹੜੀ ਕਲਾਮ ਪੜ੍ਹਦਾ ਹੈ? ਰੋਜ਼ ਤੂੰ ਉੱਠਦਾ ਹੈ, 3-4 ਘੰਟੇ ਤੂੰ ਪੜ੍ਹਦਾ ਰਹਿੰਦਾ, ਅਤੇ ਇਹ ਸਾਨੂੰ ਸੁਣ ਕੇ ਬੜਾ ਮਨ ਨੂੰ ਖੁਸ਼ੀ ਮਿਲਦੀ ਹੈ, ਆਨੰਦ ਆਉਂਦਾ ਵੀ ਇਹ ਕੀ ਚੀਜ਼ ਹੈ। ਅਤੇ ਉਹ ਗੁਰੂ ਕੇ ਸਿੱਖ ਨੇ ਦੱਸਿਆ ਇਹ ਗੁਰੂ ਕੀ ਪਾਵਨ ਗੁਰਬਾਣੀ ਹੈ, ਸਾਡਾ ਗੁਰੂ ਹੈ। ਫਿਰ ਸਾਰਾ ਉਹਨੇ ਸੰਖੇਪ ਰੂਪ ਦੇ ਅੰਦਰ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ, ਫਿਰ ਸਤਿਗੁਰਾਂ ਨੇ ਜੁਗੋ ਜੁਗ ਅਟਲ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਥਾਪਿਤ ਕੀਤਾ। ਅਸੀਂ ਉਹ ਬਾਣੀ ਪੜ੍ਹਦੇ ਹਾਂ। ਅਤੇ ਉਹ ਗੁਰੂ ਕਾ ਸਿੱਖ ਬਾਣੀ ਪੜ੍ਹਦਾ ਸੀ ਸੁਖਮਣੀ ਸਾਹਿਬ ਦੀ, ਅਤੇ ਉਹਦੇ ਅੰਦਰ ਬਚਨ ਆਏ, ਸਤਿਗੁਰ ਸਿੱਖ ਕੇ ਬੰਧਨ ਘਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਜਦੋਂ ਉਹਨਾਂ ਨੇ ਸੁਣਿਆ ਵੀ ਬੰਧਨ ਕੱਟੇ ਜਾਂਦੇ ਹੈ, ਗੁਰੂ ਬੰਧਨ ਕੱਟ ਦਿੰਦਾ ਹੈ, ਸ਼ਰਧਾ ਅੰਦਰ ਆ ਗਈ, ਵਿਸ਼ਵਾਸ ਆ ਗਿਆ। ਕਹਿਣ ਲੱਗਿਆ ਵੀ ਇਹ ਇੱਦਾਂ ਕਿਵੇਂ ਹੋ ਸਕਦਾ, ਬੰਧਨ ਕੱਟੇ ਜਾਂਦੇ ਜੇ ਕੋਈ ਗੁਰੂ ਨੂੰ ਯਾਦ ਕਰੇ। ਅਤੇ ਗੁਰੂ ਕਾ ਸਿੱਖ ਕਹਿੰਦਾ ਹਾਂ, ਸ਼ਰਧਾ ਕੋਈ ਰੱਖੇ, ਭਾਵਨਾ ਰੱਖੇ, ਇਸ ਲੋਕ ਦੇ ਬੰਧਨ ਕੀ ਹੈ, ਗੁਰੂ ਤੇ ਪ੍ਰਲੋਕ ਦੇ ਕੱਟ ਦਿੰਦਾ, ਜਮਾਂ ਦੇ ਬੰਧਨ ਕੱਟ ਦਿੰਦਾ। ਇਹ ਤਾਂ ਇੱਥੇ ਸੰਸਾਰ 'ਤੇ ਹੀ ਪਏ ਹੋਏ। ਇਹ ਦੋਵੇਂ ਰਾਜੇ ਫਿਰ ਦੋਵੇਂ ਭਰਾ ਸਨ। ਇਹ ਫਿਰ ਅਰਾਧਨਾ ਕਰਨ ਲੱਗ ਪਏ, ਵਾਹਿਗੁਰੂ ਵਾਹਿਗੁਰੂ। ਇਹ ਗੁਰੂ ਕਾ ਸਿੱਖ ਕਹਿੰਦਾ ਤੁਸੀਂ ਜਪੋ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰੋ। ਫਿਰ ਇਹਨਾਂ ਨੇ ਦਿਨ ਰਾਤ ਇੱਕ ਕਰ ਦਿੱਤੀ, ਉੱਠਿਆ ਕਰਨ ਵਾਹਿਗੁਰੂ ਵਾਹਿਗੁਰੂ, ਨਾਮ ਜਪਿਆ ਕਰਨ, ਅਰਦਾਸਾਂ ਕਰਿਆ ਕਰਨ। ਅਤੇ ਜਦੋਂ ਕਾਫੀ ਦਿਨ ਲੰਘ ਗਏ, ਇੰਨਾ ਰੰਗ ਚੜ੍ਹਿਆ ਇਹਨਾਂ ਦੇ ਭਗਤੀ ਦਾ, ਅੱਠੇ ਪੈਰ ਹੀ ਨਾਮ ਦੇ ਅੰਦਰ ਹੀ ਜੁੜੇ ਰਿਹਾ ਕਰਨ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਤ ਦੇ ਸਮੇਂ ਇੱਕ ਇਹਦਾ ਭਰਾ ਰੁਸਤਮ ਰਾਓ ਜਿਹੜਾ ਉਹ ਸੁੱਤਾ ਹੋਇਆ, ਅਤੇ ਬਾਲਾ ਰਾਓ ਜਿਹੜਾ ਉਹ ਭਗਤੀ ਕਰ ਰਿਹਾ, ਨਾਮ ਦੇ ਅੰਦਰ ਜੁੜਿਆ ਹੋਇਆ। ਅਤੇ ਸਤਿਗੁਰੂ ਜੀ ਰਾਤ ਦੇ ਸਮੇਂ ਘੋੜੇ 'ਤੇ ਸਵਾਰ, ਘੋੜੇ ਦੇ ਪੌੜਾਂ ਦੀ ਆਵਾਜ਼ ਆਈ, ਖੜਕਾ ਹੋਇਆ, ਅਤੇ ਇਸ ਨੇ ਅੱਖਾਂ ਖੋਲ੍ਹੀਆਂ ਅਤੇ ਸਾਹਮਣੇ ਘੋੜੇ 'ਤੇ ਸਵਾਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਏ। ਅਤੇ ਇਹ ਦਰਸ਼ਨ ਨਹੀਂ ਸੀ ਕੀਤੇ ਪਹਿਲਾਂ। ਕਹਿਣ ਲੱਗਿਆ ਜੀ ਤੁਸੀਂ ਕੌਣ ਹੋ? ਇਤਿਹਾਸ ਦੇ ਅੰਦਰ ਬਚਨ ਆਉਂਦੇ ਹਨ ਕਿ ਬੂਝਿਓ ਅਹ ਤੁਮ ਕੌਣ, ਸਤਿਗੁਰ ਕਹਿ ਅਰਧ ਹੈ ਜਾਉਣ। ਮਹਾਰਾਜ ਕਹਿਣ ਲੱਗੇ ਜਿਹਦੀ ਅਰਾਧਨਾ ਕਰਦਾ ਸੀ ਉਹ ਆ। ਫਿਰ ਕਹਿਣ ਲੱਗਿਆ ਮਹਾਰਾਜ, ਸਤਿਗੁਰੂ ਜੀ ਕਹਿਣ ਲੱਗੇ ਹੁਣ ਤੁਹਾਨੂੰ ਰਿਹਾ ਕਰਾਉਣ ਆਏ, ਇੱਥੋਂ ਆਜ਼ਾਦ ਕਰਾਉਣ ਆਏ ਹੈ। ਕਹਿਣ ਲੱਗੇ ਮਹਾਰਾਜ ਸਾਡੇ 'ਤੇ ਬੰਧਨ ਪਏ ਹੈ, ਇੱਥੋਂ ਕਿਵੇਂ ਨਿਕਲਾਂਗੇ? ਸਤਿਗੁਰੂ ਜੀ ਕਹਿਣ ਲੱਗੇ ਨਾਮ ਦਾ ਉਚਾਰਨ ਕਰੋ, ਵਾਹਿਗੁਰੂ ਨਾਮ ਜਪੋ, ਸਭ ਬੰਧਨ ਕੱਟੇ ਜਾਣੇ ਹੈ। ਅਤੇ ਨਾਲ ਹੀ ਸਤਿਗੁਰਾਂ ਨੇ ਇਹ ਆਖਿਆ ਕਿ ਜਿੰਨੇ ਇੱਥੋਂ ਦੇ ਸਿਪਾਹੀ ਹਨ, ਜਿੰਨੇ ਕੋਈ ਚੌਕੀਦਾਰ ਹਨ, ਨੌਕਰੀ ਕਰਨ ਵਾਲਿਆਂ, ਸਾਰਿਆਂ ਨੂੰ ਦੱਸ ਦਿਓ ਵੀ ਅਸੀਂ ਚੱਲੇ ਹਾਂ। ਇਹ ਨਾ ਕਹਿਣ ਕੱਲ੍ਹ ਨੂੰ ਕਿ ਕੋਈ ਭਗੌੜੇ ਹੋ ਗਏ, ਇੱਥੋਂ ਦੱਸ ਕੇ ਜਾਓ ਅਤੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਅਤੇ ਸਤਿਗੁਰਾਂ ਨੇ ਘੋੜੇ ਦੀਆਂ ਜਿਹੜੀਆਂ ਰਕਾਬਾਂ ਹੁੰਦੀਆਂ ਉਹ ਦੋਵੇਂ ਰਾਜਿਆਂ ਨੂੰ ਫੜਾ ਕੇ, ਅਤੇ ਇਹਨਾਂ ਨੇ ਉੱਚੀ ਆਵਾਜ਼ ਦੇ ਅੰਦਰ ਸਾਰਿਆਂ ਨੂੰ ਕਿਹਾ, ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾੜੀ ਮਾਰ ਕੇ ਨਿਕਲੇ ਸਨ ਚਮਕੌਰ ਸਾਹਿਬ ਤੋਂ, ਇੱਦਾਂ ਇਹਨਾਂ ਨੇ ਉੱਚੀ ਆਵਾਜ਼ ਦੇ ਅੰਦਰ ਕਿਹਾ ਕਿ ਸਾਡਾ ਗੁਰੂ ਸਾਨੂੰ ਬਚਾਉਣ ਆ ਗਿਆ, ਅਸੀਂ ਚੱਲੇ ਹਾਂ ਹੁਣ, ਜੇ ਰੋਕਣਾ ਜੇ ਤਾਂ ਕਿਸੇ ਨੇ ਰੋਕ ਲਓ। ਉੱਥੋਂ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਵੇਂ ਪੰਛੀ ਉਡਾਰੀ ਮਾਰਦਾ, ਇੱਦਾਂ ਇਹਨਾਂ ਦੋਵਾਂ ਰਾਜਿਆਂ ਨੂੰ ਉਸ ਜੇਲ੍ਹ ਦੇ ਵਿੱਚੋਂ ਕੱਢਿਆ। ਉੱਥੇ ਅੱਜ ਵੀ ਗੁਰਦੁਆਰਾ ਸਾਹਿਬ ਸ਼੍ਰੀ ਗੁਪਤਸਰ ਸਾਹਿਬ ਅਸਥਾਨ ਦਾ ਨਾਮ ਹੈ। ਬੜਾ ਸੁੰਦਰ ਗੁਰੂ ਕਾ ਦਰਬਾਰ ਬਣਿਆ। ਜਿਹੜੇ ਕੋਈ ਸਿੱਖ ਹਜ਼ੂਰ ਸਾਹਿਬ ਜਾਂਦੇ ਹੈ ਉਹ ਉੱਥੋਂ ਦਰਸ਼ਨ ਕਰਕੇ ਫਿਰ ਅੱਗੇ ਜਾਂਦੇ ਜਾਂ ਆਉਂਦੇ ਦਰਸ਼ਨ ਕਰਦੇ ਹੈ। ਇਹ ਪ੍ਰਤੱਖ ਰੂਪ ਦੇ ਅੰਦਰ ਸਤਿਗੁਰੂ ਜੀ ਜੋਤੀ ਜੋਤ ਸਮਾ ਚੁੱਕੇ ਆ, ਉਦੋਂ ਮਗਰੋਂ ਦਾ ਇਤਿਹਾਸ ਹੈ। ਇਹ ਵੀ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਇਸ ਕਰਕੇ ਗੁਰੂ ਬੰਧਨ ਕੱਟ ਦਿੰਦਾ, ਗੁਰ ਪੂਰਾ ਬੇੜੀ ਕਾਟੀ। ਜੇ ਪ੍ਰਤੱਖ ਰੂਪ ਦੇ ਅੰਦਰ ਬੇੜੀਆਂ ਪਈਆਂ ਹੋਈਆਂ, ਬੰਧਨ ਪਏ ਹੋਏ ਹੈ, ਅਤੇ ਉਹ ਵੀ ਸਤਿਗੁਰੂ ਜੀ ਕਹਿੰਦੇ ਕੱਟੇ ਜਾਂਦੇ। ਇਸ ਕਰਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਖਿਨ ਮਹਿ ਰਾਖ ਲਿਓ ਜਨ ਆਪਣਾ। ਇੱਕ ਛਿਣ ਦੇ ਵਿੱਚ ਹੀ ਉਹ ਪਰਮੇਸ਼ਰ ਨੇ ਆਪਣੇ ਭਗਤਾਂ ਦੀ, ਜਨਾਂ ਦੀ ਰੱਖਿਆ ਕੀਤੀ ਹੈ। ਗੁਰ ਪੂਰਾ ਬੇੜੀ ਕਾਟੀ।
ਜਿਹੜੀਆਂ ਬੇੜੀਆਂ ਪਈਆਂ ਹੁੰਦੀਆਂ ਹੱਥਾਂ ਪੈਰਾਂ ਦੇ ਅੰਦਰ, ਉਹ ਪੂਰਾ ਗੁਰੂ ਕੱਟ ਦਿੰਦਾ ਹੈ। ਇਸੇ ਪ੍ਰਕਾਰ ਕੋਈ ਕਰਮਾਂ ਦੀ ਬੇੜੀ ਪਈ ਹੈ, ਜੰਮਣ ਮਰਨ ਦੇ ਬੰਧਨ ਪਏ ਹੈ, ਹੋਰ ਕੋਈ ਕਰਮ ਅੜ ਜਾਂਦੇ ਹੈ, ਉਹ ਸਾਰੇ ਕੱਟ ਦਿੰਦਾ ਹੈ। ਮੇਰੇ ਮਨ ਗੁਰ ਗੋਬਿੰਦ ਸਦ ਧਿਆਈਐ। ਸਤਿਗੁਰੂ ਜੀ ਕਹਿੰਦੇ, ਹੇ ਮੇਰੇ ਮਨਾ, ਸਦਾ ਹਮੇਸ਼ਾ ਹੀ ਐਸੇ ਗੁਰੂ ਨੂੰ ਤੇ ਗੋਬਿੰਦ ਪਰਮੇਸ਼ਰ ਨੂੰ ਧਿਆਉਣਾ ਕਰ। ਸਗਲ ਕਲੇਸ਼ ਮਿਟ ਹੈ ਇਸ ਤਨ ਤੇ, ਮਨ ਚਿੰਦਿਆ ਫਲ ਪਾਈਐ। ਸਤਿਗੁਰੂ ਜੀ ਕਹਿੰਦੇ ਫਿਰ ਸਾਰੇ ਕਲੇਸ਼ ਤੇਰੇ ਮਿਟ ਜਾਣੇ ਆ। ਜਿੰਨੇ ਤਰ੍ਹਾਂ ਦੇ ਕਲੇਸ਼ ਹਨ, ਲੜਾਈ ਝਗੜੇ ਈਰਖਾ, ਮਨ ਦੇ ਅੰਦਰ ਵੈਰ ਵਿਰੋਧਤਾ, ਉਹ ਸਾਰੀ ਮਿਟ ਜਾਏਗੀ ਇਸ ਤਨ ਤੇ। ਇਸ ਤਨ ਦੇ ਵਿੱਚੋਂ ਹੀ ਮਨ ਚਿੰਦਿਆ ਫਲ ਪਾਈਐ। ਅਤੇ ਜਿੰਨੇ ਮਨ ਇੱਛਤ ਫਲ ਹਨ, ਮਨ ਨੂੰ ਭਾਉਂਦੇ ਫਲ ਹਨ, ਉਹ ਤੈਨੂੰ ਪ੍ਰਾਪਤ ਹੋ ਜਾਣਗੇ। ਰਹਾਉ ਜੀ ਜੰਤ ਜਾ ਕੇ ਸਭ ਕੀਨੇ, ਪ੍ਰਭ ਉੱਚਾ ਅਗਮ ਅਪਾਰਾ। ਸਤਿਗੁਰੂ ਜੀ ਕਹਿੰਦੇ ਜੀਵ ਜੰਤੂ, ਸੂਖਮ ਤੇ ਸਥੂਲ, ਛੋਟੇ ਤੇ ਵੱਡੇ, ਇਹ ਸਾਰੀ ਸ੍ਰਿਸ਼ਟੀ ਉਹ ਪਰਮੇਸ਼ਰ ਨੇ ਕੀਤੀ ਹੋਈ ਹੈ। ਪ੍ਰਭ ਉੱਚਾ ਅਗਮ ਅਪਾਰਾ, ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਬੜਾ ਉੱਚਾ ਤੋਂ ਭਾਵ ਕਹੀਏ ਉੱਚੀ ਵਡਿਆਈ ਵਾਲਾ, ਉਹਦੇ ਬਰਾਬਰ ਵਡਿਆਈ ਹੋਰ ਕਿਸੇ ਦੀ ਨਹੀਂ ਸੰਸਾਰ ਦੇ ਅੰਦਰ। ਨਾ ਕਿਸੇ ਮਾਇਆਧਾਰੀ ਦੀ ਹੈ, ਨਾ ਕਿਸੇ ਹੋਰ ਰਾਜੇ ਦੀ ਹੈ, ਕਿਸੇ ਦੀ ਵੀ ਵਡਿਆਈ ਉਸ ਪ੍ਰਭੂ ਪਰਮੇਸ਼ਰ ਦੀ ਵਡਿਆਈ ਦੇ ਬਰਾਬਰ ਪਹੁੰਚ ਨਹੀਂ ਸਕਦੀ। ਉਹ ਇੰਨਾ ਉੱਚਾ ਹੈ, ਅਗਮ ਅਪਾਰਾ। ਫਿਰ ਉਹ ਪ੍ਰਭੂ ਪਰਮੇਸ਼ਰ ਸਾਡੇ ਮਨ ਦੀ ਬੁੱਧੀ ਦੀ ਗਮਤਾ ਤੋਂ ਪਰੇ ਹੈ। ਨਾ ਉੱਥੋਂ ਤੱਕ ਸਾਡੇ ਮਨ ਦੀ ਪਹੁੰਚ ਜਾਂਦੀ ਹੈ, ਅਤੇ ਨਾ ਕੋਈ ਆਪਣੀ ਅਕਲ ਦੇ ਨਾਲ ਹੀ, ਬੁੱਧੀ ਦੇ ਜ਼ੋਰ ਦੇ ਨਾਲ ਹੀ ਦੱਸ ਸਕਦਾ ਵੀ ਇੱਦਾਂ ਮੈਂ ਆਹ ਪਰਮੇਸ਼ਰ ਹੈ, ਇੱਦਾਂ ਦਾ ਹੁੰਦਾ, ਇੱਦਾਂ ਕਰਦਾ ਹੈ। ਇੱਦਾਂ ਕੋਈ ਆਪਣੀ ਅਕਲ ਦੇ ਨਾਲ ਬਿਆਨ ਨਹੀਂ ਕਰ ਸਕਦਾ। ਐਸਾ ਉਹ ਅਗਮ ਅਪਾਰਾ, ਫਿਰ ਹੱਦ ਬੰਨੇ ਤੋਂ ਰਹਿਤ, ਇਹ ਸ੍ਰਿਸ਼ਟੀ ਦੇ ਪਾਰਾਵਾਰ ਤੋਂ ਰਹਿਤ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੈ। ਸਾਧ ਸੰਗ ਨਾਨਕ ਨਾਮ ਧਿਆਇਆ, ਮੁਖ ਉਜਲ ਭਏ ਦਰਬਾਰਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਸਾਧ ਸੰਗਤ ਦੇ ਵਿੱਚ ਮਿਲ ਕੇ ਨਾਮ ਨੂੰ ਧਿਆਇਆ ਹੈ, ਉਹਨਾਂ ਦੇ ਮੁਖ ਉਜਲੇ ਹੋ ਗਏ। ਭਏ ਦਰਬਾਰਾ, ਦਰਬਾਰ ਪ੍ਰਭੂ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਉਹਨਾਂ ਦੇ ਮੁਖ ਉਜਲੇ ਹੈ। ਉਹਨਾਂ ਦੇ ਮੁਖ ਜਿਹੜੇ ਹੈ, ਚਿਹਰੇ ਜਿਹੜੇ ਆ ਨਿਰਮਲ ਹੈ। ਉਹਨਾਂ ਦੇ ਜਸ ਰੂਪ ਜਿਹੜਾ ਸੰਸਾਰ ਦੇ ਅੰਦਰ ਤੇ ਪ੍ਰਲੋਕ ਦੇ ਅੰਦਰ ਮੁਖ ਉਜਲਾ ਹੋ ਜਾਂਦਾ। ਜਿਨ੍ਹਾਂ ਨੇ ਸਾਧ ਸੰਗਤ ਕੀਤੀ ਹੈ, ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਕਿਉਂਕਿ ਨਾਮ ਨੂੰ ਧਿਆਉਣ ਦੇ ਨਾਲ, ਸਾਧ ਸੰਗਤ ਕਰਨ ਦੇ ਨਾਲ ਸਾਡਾ ਦੋਹੇਂ ਜਹਾਨਾਂ ਦੇ ਅੰਦਰ ਹੀ ਮੁਖ ਜਿਹੜਾ ਉਜਲਾ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਜਿਵੇਂ ਸਤਿਗੁਰੂ ਜੀ ਬਚਨ ਕਰਦੇ ਹਨ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ, ਉਹਨਾਂ ਦੇ ਮੁਖ ਉਜਲੇ ਹੈ। ਅਤੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਜਿੱਥੇ ਉਹਨਾਂ ਦੇ ਮੁਖ ਉਜਲੇ ਹੈ, ਕੀਤੀ ਛੁੱਟੀ ਨਾਲ। ਹੋਰ ਕਿਤਨਿਆਂ ਦੀ ਵੀ ਇਹ ਸੰਸਾਰ ਦੇ ਅੰਦਰੋਂ ਛੁੱਟੀ ਕਰਾ ਦਿੰਦੇ ਆ, ਜੰਮਣ ਮਰਨ ਮਿਟ ਦਿੰਦੇ ਆ। ਇਸ ਪ੍ਰਕਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਪੜ੍ਹਿਆ ਹੈ, ਸੁਣਿਆ ਹੈ, ਵਿਚਾਰਿਆ ਹੈ। ਸਤਿਗੁਰੂ ਜੀ ਇਹ ਆਪਣੇ ਸਾਰਿਆਂ 'ਤੇ ਹੀ ਪੜ੍ਹੇ ਸੁਣੇ ਵਿਚਾਰ ਉਪਦੇਸ਼ ਆਪਣੇ ਹਿਰਦੇ 'ਚ ਵਸਾਉਣ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ, ਗੁਰੂ ਘਰ 'ਤੇ ਭਰੋਸਾ ਬਖਸ਼ਿਸ਼ ਕਰਨ, ਪ੍ਰੇਮ ਅਤੇ ਸ਼ਰਧਾ ਸਾਡੇ ਅੰਦਰ ਆਏ, ਜਿਹਦੇ ਕਰਕੇ ਆਪਾਂ ਗੁਰੂ ਕੀ ਸਿੱਖੀ ਨੂੰ ਧਾਰਨ ਕਰਕੇ ਲੋਕ ਅਤੇ ਪ੍ਰਲੋਕ ਦੇ ਅੰਦਰ ਆਪਣੇ ਮੁਖ ਉਜਲੇ ਜਿਹੜੇ ਆ ਉਹ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਆਪ ਸੰਗਤਾਂ ਦਾ ਧੰਨਵਾਦ। ਆਓ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਜੀ ਜੰਤ ਜਾ ਕੇ ਸਭ ਕੀਨੇ, ਪ੍ਰਭ ਉੱਚਾ ਅਗਮ ਅਪਾਰਾ। ਸਾਧ ਸੰਗ ਨਾਨਕ ਨਾਮ ਧਿਆਇਆ, ਮੁਖ ਉਜਲ ਭਏ ਦਰਬਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
हे गोबिंद हे गोपाल हे दयाल लाल। प्राणनाथ अनाथ सखे दीन दर्द निवार। हे समरथ अगम पूरन मोहे मया तार। अंधकूप महाभयान नानक पार उतार। आए प्रभ शरणागति कृपा निध दयाल। एक अखर हर मन वस्त नानक होत निहाल। जल थल महीयल पूरया स्वामी सिरजनहार। अनक भांत होए पसरया नानक एकंकार। वाहिगुरु नाम जहाज है चढ़े सो तरे पार। जो शरदा कर सेवंदे गुरु पार उतारण हार। जो शरदा कर सेवंदे गुरु पार उतारण हार। तू ठाकुर तुम पहर